वार 11वीं पौड़ी 27वीं 70 चौथी 5वीं ते 6वीं। ਅਨੰਦ ਮੁਰਾਰੀ ਮਹਾਪੁਰਖ ਕਲਿਆਣ ਕੁਲ ਕਵਲ ਰਸਾਲਾ ਨਾਨੋ ਲਟਕਣ ਬਿੰਦ ਰਾਓ ਸੇਵਾ ਸੰਗਤ ਪੂਰਨ ਘਾਲਾ ਹਾਂਡਾ ਆਲਮ ਚੰਦ ਹੈ ਸਹਿ ਸਾਰਾ ਤਲਵਾੜ ਸੁਖਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨੰਦ ਮੁਰਾਰੀ ਮਹਾਪੁਰਖ ਕਲਿਆਣਾ ਕੁਲ ਕਵਲ ਰਸਾਲਾ। ਭਾਈ ਗੁਰਦਾਸ ਜੀ ਨੇ ਇੱਥੇ 6 ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ। 6 ਗੁਰਸਿੱਖ ਜਿਹੜੇ ਹਨ ਉਹਨਾਂ ਦਾ ਜਿਹੜਾ ਹੈ ਪਹਿਲਾ ਅਨੰਦ ਮੁਰਾਰੀ, ਜੋ ਮੁਰਾਰੀ ਅਨੰਦ ਉਹ ਜਿਹੜੇ ਸਨ ਉਹਨਾਂ ਬਾਰੇ ਲਿਖਿਆ ਮਹਾਪੁਰਖ, ਉਹ ਮਹਾਪੁਰਖ ਸਨ, ਉਹ ਕਮਾਈ ਵਾਲੇ ਸਨ। ਦੂਜੇ ਹਨ ਜਿਨ੍ਹਾਂ ਦਾ ਨਾਂ ਭਾਈ ਕਲਿਆਣਾ ਕੁੱਲ ਕਵਲ ਰਸਾਲਾ, ਜਿਹੜੇ ਭਾਈ ਕਲਿਆਣਾ ਜੀ ਹੋਏ ਹਨ ਜਿਨ੍ਹਾਂ ਦੀ ਕੁੱਲ ਕਵਲ ਵਰਗੀ, ਮਤਲਬ ਕਿ ਮਾਇਆ ਤੋਂ ਉੱਤੇ ਉੱਠ ਕਰਕੇ ਜਿਨ੍ਹਾਂ ਨੇ ਰਸਾਲਾ ਗੁਰੂ ਮਹਾਰਾਜ ਦਾ ਮਿੱਠਾ ਉਪਦੇਸ਼ ਆਪਣੀ ਜ਼ਿੰਦਗੀ ਵਿੱਚ ਕਮਾਇਆ। ਤੀਜੇ ਗੁਰਸਿੱਖ ਹਨ ਭਾਈ ਨਾਨੋ ਜੀ ਤੇ ਚੌਥੇ ਹਨ ਭਾਈ ਲਟਕਣ ਜੀ, ਨਾਨੋ ਲਟਕਣ। ਸੋ ਜਾਤ ਦੇ ਬਿੰਦਰਾਓ, ਇਹਨਾਂ ਦੀ ਜਿਹੜਾ ਜਾਤ ਸੀ ਬਿੰਦਰਾਓ, ਤੇ ਕਹਿੰਦੇ ਸੇਵਾ ਸੰਗਤ ਪੂਰਨ ਘਾਲਾ, ਇਹਨਾਂ ਨੇ ਸੰਗਤ ਦੀ ਸੇਵਾ ਕਰਕੇ ਪੂਰਨ ਘਾਲ ਕਮਾਈ। ਪੂਰਨ ਮੀਨਸ ਕੰਪਲੀਟ, ਇਹਨਾਂ ਨੇ ਘਾਲਨਾ ਕਮਾਈ, ਜਿਹਦੇ ਕਰਕੇ ਇਹਨਾਂ ਦੀ ਜੀਵਨ ਦੀ ਘਾਲਨਾ ਪੂਰੀ ਹੋ ਗਈ, ਕੰਪਲੀਟ ਹੋ ਗਈ। ਤੇ ਪੰਜਵੇਂ ਗੁਰਸਿੱਖ ਹਨ ਭਾਈ ਹਾਂਡਾ ਜੀ। ਸੋ ਇਹ ਭਾਈ ਜਿਹੜੇ ਹਨ ਹਾਂਡਾ ਆਲਮ ਚੰਦ, ਆਲਮ ਚੰਦ ਇਹਨਾਂ ਦਾ ਨਾਂ ਸੀ, ਹਾਂਡਾ ਇਹਨਾਂ ਦਾ ਗੋਤ ਸੀ। ਸੋ ਹੈ ਸਹਿ ਸਾਰਾ ਤਲਵਾੜ ਸੁਖਾਲਾ, ਤੇ ਭਾਈ ਸਹਿਸਾਰਾ ਜੀ ਤਲਵਾੜ ਇਹਨਾਂ ਦਾ ਗੋਤ ਸੀਗਾ। ਤੇ ਸਹਿਸਾਰਾ ਤਲਵਾੜ ਸੁਖਾਲਾ ਜਿਹੜਾ ਸੁੱਖਾਂ ਦੇ ਘਰ ਹੋ ਕੇ ਪ੍ਰਗਟ ਹੋਏ ਸੰਸਾਰ ਵਿੱਚ। ਇਹਨਾਂ ਦੇ ਬਾਰੇ ਸ਼ਹੀਦ ਭਾਈ ਮਨੀ ਸਿੰਘ ਜੀ ਸਿੱਖਾਂ ਦੀ ਭਗਤਮਾਲਾ ਵਿੱਚ ਲਿਖਦੇ ਹਨ। ਮੁਰਾਰੀ ਅਨੰਦ ਮਹਾਪੁਰਖ ਸੀ। ਮੁਰਾਰੀ ਭਾਈ ਮੁਰਾਰੀ ਜੀ ਅਨੰਦ ਜਿਹੜੇ ਹਨ ਮਹਾਪੁਰਖ ਸਨ ਤੇ ਆਤਮ ਗਿਆਨੀ ਸੀ। ਤੇ ਕਿਉਂ ਮਹਾਪੁਰਖ ਸਨ? ਕਿਉਂਕਿ ਭਾਈ ਮੁਰਾਰੀ ਜੀ ਆਤਮ ਗਿਆਨੀ ਸਨ, ਇਹਨਾਂ ਨੂੰ ਆਪਣਾ ਆਤਮਾ ਦਾ ਗਿਆਨ ਸੀ। ਤੇ ਭਾਈ ਕਲਿਆਣਾ ਤੇ ਨਾਨੋ ਤੇ ਲਟਕਣ ਜਾਤ ਬਿੰਦ ਰਾਓ ਤੇ ਆਲਮ ਚੰਦ ਹਾਂਡਾ ਤੇ ਸਹਿਸਾਰਾ ਤਲਵਾੜ ਜਗਿਆਸੀ ਹੈ ਸਨ। ਤੇ ਅੱਗੇ ਦੂਜੇ ਗੁਰਸਿੱਖ ਸਨ ਭਾਈ ਕਲਿਆਣਾ ਜੀ, ਤੀਜੇ ਗੁਰਸਿੱਖ ਭਾਈ ਨਾਨੋ ਜੀ, ਚੌਥੇ ਭਾਈ ਲਟਕਣ ਜੀ ਜੋ ਜਾਤ ਦੇ ਬਿੰਦਰਾਓ ਸਨ। ਤੇ ਫਿਰ ਅੱਗੇ ਆਲਮ ਚੰਦ ਜੋ ਹਾਂਡਾ ਗੋਤ, ਤੇ ਭਾਈ ਸਹਿਸਾਰਾ ਜੀ ਤਲਵਾੜਾ ਗੋਤ ਦੇ ਸਨ ਜੋ ਜਗਿਆਸੂ ਹੈ ਸਨ। ਇਹ ਜਿਹੜੇ ਬਾਕੀ ਦੇ 5 ਗੁਰਸਿੱਖ ਸਨ ਇਹ ਜਗਿਆਸੂ ਸੀਗੇ, ਤੇ ਭਾਈ ਮੁਰਾਰੀ ਜੀ ਮਹਾਪੁਰਖ ਸਨ। ਸੋ ਇਸ ਕਰਕੇ ਇਹ 6 ਦੇ ਗੁਰਸਿੱਖ ਗੁਰੂ ਅਰਜਨ ਦੇਵ ਜੀ ਕੋਲ ਆਏ, ਗੁਰੂ ਅਰਜਨ ਜੀ ਦੀ ਸ਼ਰਨ ਆਏ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਤੇ ਕਹਿਆ ਗਰੀਬ ਨਿਵਾਜ ਸਾਡਾ ਉਧਾਰ ਕੀਚੈ। ਤੇ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਉਧਾਰ ਕਰੋ, ਸਾਡਾ ਇਹ ਸੰਸਾਰ ਤੋਂ ਉਧਾਰ ਕਰੋ, ਸਾਡੀ ਮੁਕਤੀ ਕਰੋ। ਤਾਂ ਬਚਨ ਹੋਇਆ ਗੁਰੂ ਸਾਹਿਬ ਮਹਾਰਾਜ ਦਾ, ਸ਼ਬਦ ਦਾ ਅਭਿਆਸ ਕਰਨਾ ਤੇ ਸਿੱਖਾਂ ਸਾਧਾਂ ਦੀ ਸੇਵਾ ਕਰਨੀ। ਗੁਰੂ ਅਰਜਨ ਦੇਵ ਜੀ ਕਹਿੰਦੇ 2 ਕਾਰਜ ਕਰਨੇ ਨੇ। ਪਹਿਲਾ ਕਾਰਜ ਹੈ ਸ਼ਬਦ ਦਾ ਅਭਿਆਸ ਕਰਨਾ। ਸ਼ਬਦ ਦਾ ਅਭਿਆਸ ਹੁੰਦਾ ਸ਼ਬਦ ਨੂੰ ਮੁੜ ਕੇ ਪੜ੍ਹਨਾ, ਉਹੀ ਸ਼ਬਦ ਨੂੰ ਰਿਪੀਟਡਲੀ ਮੁੜ ਕੇ ਦੁਹਰਾਉਣਾ, ਇਹਨੂੰ ਅਭਿਆਸ ਕਹਿੰਦੇ ਹਾਂ। ਦੂਜਾ ਹੈ ਸਿੱਖਾਂ ਸਾਧਾਂ ਦੀ ਸੇਵਾ ਕਰਨੀ। ਸਿੱਖਾਂ ਤੇ ਸਾਧ, ਹੁਣ ਸਿੱਖ ਜਿਹੜੇ ਗੁਰੂ ਦੇ ਸਿੱਖ ਹਨ, ਸਾਧ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਭਾਵੇਂ ਉਹ ਕੋਈ ਵੀ ਕੌਮ ਦੇ ਹੋਣ, ਉਹਨਾਂ ਦੀ ਸੇਵਾ ਕਰਨੀ ਹੈ। ਤਾਂ ਉਹਨਾਂ ਕਹਿਆ ਗਰੀਬ ਨਿਵਾਜ ਜਿਸ ਸਮੇਂ ਸ਼ਬਦ ਸੁਣਦੇ ਹਾਂ ਤਿਸ ਸਮੇਂ ਤਾਂ ਮਨ ਨੀਵਾਂ ਰਹਿੰਦਾ ਹੈ। ਮਹਾਰਾਜ ਉਹਨਾਂ ਨੇ ਬੇਨਤੀ ਕੀਤੀ, ਹੇ ਗਰੀਬ ਨਿਵਾਜ, ਕਹਿੰਦੇ ਜਦੋਂ ਤੱਕ ਅਸੀਂ ਸ਼ਬਦ ਸੁਣਦੇ ਹਾਂ, ਸ਼ਬਦ ਦੀ ਕਥਾ ਸੁਣਦੇ ਹਾਂ, ਕੀਰਤਨ ਕਰ, ਉਦੋਂ ਤੱਕ ਤਾਂ ਮਨ ਨੀਵਾਂ ਰਹਿੰਦਾ ਹੈ, ਮਨ ਕੰਟਰੋਲ ਵਿੱਚ ਰਹਿੰਦਾ ਹੈ। ਪਰ ਜਿਸ ਸਮੇਂ ਜਿਹੜਾ ਹੈ ਅਸੀਂ ਉੱਠਦੇ ਹਾਂ, ਜਿਸ ਸਮੇਂ ਵਿਵਹਾਰ ਵਿੱਚ ਪਾਉਂਦੇ ਹਾਂ ਤਿਸ ਸਮੇਂ ਭੁੱਲ ਜਾਂਦਾ ਹੈ। ਜਦੋਂ ਅਸੀਂ ਸ਼ਬਦ ਕੀਰਤਨ ਤੋਂ ਉੱਠਦੇ ਹਾਂ, ਮਤਲਬ ਕਿ ਸ਼ਬਦ ਸੁਣਨ ਨੂੰ ਬੰਦ ਕਰਦੇ ਹਾਂ, ਤਾਂ ਉਸ ਵੇਲੇ ਕੀ ਹੁੰਦਾ? ਜਿਸ ਸਮੇਂ ਵਿਵਹਾਰ ਕੰਮਾਂ ਕਾਰਾਂ ਵਿੱਚ ਪੈ ਜਾਂਦੇ ਹਾਂ, ਆਪਣੀਆਂ ਡਿਊਟੀਆਂ ਵਿੱਚ ਚਲੇ ਜਾਂਦੇ ਹਾਂ, ਗ੍ਰਸਤੀ ਕਾਰਜ ਵਿੱਚ ਪੈ ਜਾਂਦੇ ਹਾਂ, ਜਿਹੜੇ ਹਨ ਲੋਕਾਂ ਦੇ ਕੰਮਾਂ ਵਿੱਚ ਪੈ ਜਾਂਦੇ ਹਾਂ, ਉਸ ਵੇਲੇ ਕੀ ਹੁੰਦਾ ਹੈ? ਭੁੱਲ ਜਾਂਦੇ ਹਾਂ। ਕਹਿੰਦੇ ਅਸੀਂ ਵੀ ਭੁੱਲ ਜਾਂਦੇ ਹਾਂ ਉਹ ਸ਼ਬਦ ਨੂੰ, ਸਾਨੂੰ ਉਹ ਸ਼ਬਦ ਦਾ ਆਸ਼ਾ ਭੁੱਲ ਜਾਂਦਾ ਹੈ। ਜਦੋਂ ਤੱਕ ਪੜ੍ਹਦੇ ਸੁਣਦੇ ਉਦੋਂ ਤੱਕ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ, ਯੂ ਆਰ ਗ੍ਰੇਟ, ਯੂ ਆਰ ਗ੍ਰੇਟ। ਫਿਰ ਜਦੋਂ ਮਾਇਆ ਵਿੱਚ ਜਾਂਦੇ ਹਾਂ ਆਪਾਂ ਕਹਿੰਦੇ ਮਾਇਆ ਯੂ ਆਰ ਸੋ ਗ੍ਰੇਟ। ਹਾਂਜੀ, ਸੋ ਫਿਰ ਮਾਇਆ ਕਰਕੇ ਦਿਨ ਲੰਘਾ ਦਿੰਦੇ ਹਾਂ। ਤਾਂ ਬਚਨ ਹੋਇਆ ਅਜੇ ਤੋਂ ਸਾਡਾ ਅਭਿਆਸ ਦ੍ਰਿੜ ਨਹੀਂ ਹੋਇਆ। ਮਹਾਰਾਜ ਕਹਿੰਦੇ ਦੇਖੋ ਗੁਰਸਿੱਖੋ, ਜੇ ਇਹ ਗੱਲ ਹੈ ਨਾ ਤਾਂ ਤੁਹਾਡਾ ਹਜੇ ਅਭਿਆਸ ਦ੍ਰਿੜ ਨਹੀਂ ਹੋਇਆ, ਪੱਕਾ ਨਹੀਂ ਹੋਇਆ। ਮਤਲਬ ਹਜੇ ਅਭਿਆਸ ਹਜੇ ਕੱਚਾ ਹੈ,
ਹਜੇ ਉਹਦਾ ਪੱਕਾ ਨਹੀਂ ਹੋਇਆ। ਇਹੋ ਵਿਵਹਾਰ ਦਾ ਤੇ ਦੁਰਮਤ ਦਾ ਅਭਿਆਸ ਬਹੁਤਿਆਂ ਜਨਮਾਂ ਦਾ ਚੱਲਿਆ ਆਇਆ ਹੈ। ਦੇਖੋ ਕਹਿੰਦੇ ਇਹ ਜਿਹੜਾ ਦੁਰਮਤ ਆ, ਦੇਖੋ ਅਭਿਆਸ ਤੁਸੀਂ ਹੁਣ ਸ਼ੁਰੂ ਕੀਤਾ ਹੈ ਬਾਣੀ ਦਾ, ਪਰ ਕਹਿੰਦੇ ਇਹੋ ਵਿਵਹਾਰ ਤਾਂ ਦੁਰਮਤ ਦਾ, ਜਿਹੜੀ ਦੂਜੀ ਮਤ ਦਾ, ਜੋ ਮਤ ਗੁਰੂ ਤੋਂ ਦੂਰ ਲੈ ਜਾਂਦੀ ਹੈ, ਜੋ ਮਤ ਪਰਮਾਤਮਾ ਤੋਂ ਦੂਰ ਲੈ ਜਾਂਦੀ ਹੈ, ਦੁਰਮਤ, ਕਹਿੰਦੇ ਉਹਦਾ ਅਭਿਆਸ ਤਾਂ ਬੜੇ ਜਨਮਾਂ ਦਾ ਕਰਦੇ ਹੁੰਦੇ, ਇਹ ਤਾਂ ਹੁਣ ਸ਼ੁਰੂ ਕੀਤਾ ਹੈ। ਪਰਮਾਤਮਾ ਦੇ ਰਸਤੇ ਅੱਜ ਆਪਾਂ ਤੁਰੇ ਆ ਜਨਮ ਵਿੱਚ ਆਪਾਂ ਤੁਰੇ ਹਾਂ, ਪਰ ਇਹ ਜਿਹੜਾ ਦੁਰਮਤ ਦਾ ਜਿਹੜਾ ਆਪਾਂ ਕੰਮਾਂ ਕਾਰਾਂ ਚ ਮਾਇਆ ਚ ਫਸੇ ਹੋਏ ਸਾਂ, ਇਹ ਤਾਂ ਬੜੇ ਜਨਮਾਂ ਦਾ ਆਪਾਂ ਕਰਦੇ ਆਏ ਆ। ਸੋ ਉਹ ਜਿਹੜਾ ਅਭਿਆਸ ਇਸ ਮੋਰ ਜਿਹੜਾ ਹੈ more influential than this abhyas, because this abhyas just started. This came from many births. You have been doing this repeatedly through many births. ਸੋ ਇਸ ਕਰਕੇ ਉਹ ਪੱਕਾ ਹੈ, ਇਹ ਹਜੇ ਕੱਚਾ ਹੈ। ਤੇ ਸ਼ਬਦ ਬਾਣੀ ਦਾ ਅਭਿਆਸ ਇਸ ਜਨਮ ਪਾਇਆ ਹੈ। ਤੇ ਸ਼ਬਦ ਬਾਣੀ ਦਾ ਅਭਿਆਸ ਤਾਂ ਇਹੀ ਜ਼ਿੰਦਗੀ ਵਿੱਚ ਪਾਇਆ ਹੈ। ਉਹ ਤਾਂ ਬੜੀ ਪੁਰਾਣਾ ਚੱਲਿਆ ਆਉਂਦਾ। ਹੁਣ ਸੁਭਾਅ ਮਨ ਦਾ ਕਿਵੇਂ ਬਦਲੇ? ਜਿਹੜਾ ਬੰਦਾ ਜਿਹੜਾ ਇੱਕ ਕੰਮ ਕਰੀ ਜਾਵੇ ਲੰਮੇ ਸਮੇਂ ਤੱਕ, ਉਹਨੂੰ ਬਦਲਣਾ ਬੜਾ ਔਖਾ ਹੈ। ਪਰ ਉਹ ਵੀ ਦੇ ਅਭਿਮਾਨ ਦਾ ਅਭਿਆਸ ਸਰਵਣ ਨਿਤ ਦੁਆਰੇ ਅਣਹੋਂਦਾ ਦ੍ਰਿੜ ਹੋ ਗਿਆ ਹੈ। ਦੇਖੋ, ਪਰ ਉਹ ਵੀ ਦੇ ਅਭਿਮਾਨ ਕਰਕੇ, ਦੇ ਹੰਕਾਰ ਕਰਕੇ ਦਾ ਅਭਿਆਸ ਸਰਵਣ ਨਿਤ ਦੁਆਰੇ ਅਣਹੋਂਦਾ ਦ੍ਰਿੜ ਹੋਏ ਗਿਆ ਹੈ। ਕਹਿੰਦੇ ਕਿ ਦੇਖੋ ਨਾ, ਇਹ ਜਿਹੜਾ ਅਭਿਮਾਨ ਆ ਨਾ, ਇਹਦੀ ਐਗਜ਼ਿਸਟੈਂਸ ਹੈ ਨਹੀਂ। ਇਹ ਜਿਹੜਾ ਹੈ ਇੱਕ ਕੋਈ ਸ਼ੈ ਨਹੀਂ ਹੈ, ਇਹ ਤਾਂ ਸਿਰਫ ਇੱਕ ਫੀਲਿੰਗ ਹੈ। ਅਭਿਮਾਨ, ਹੰਕਾਰ ਇੱਕ ਫੀਲਿੰਗ ਹੈ। ਇਹ ਫੀਲਿੰਗ ਦਾ ਕੋਈ ਫਿਜ਼ੀਕਲ ਫਾਰਮ ਹੈ ਨਹੀਂ। ਤੇ ਇਸ ਕਰਕੇ ਅਭਿਮਾਨ ਦਾ ਅਭਿਆਸ ਸਰਵਣ ਨਿਤ ਦੁਆਰੇ, ਇਹ ਸਰਵਣ ਕੰਨਾਂ ਦੇ ਨਾਲ ਸੁਣ ਕੇ ਕਹਿੰਦੇ ਅਣਹੋਂਦਾ, ਇਹ ਅਣਹੋਂਦਾ ਨਹੀਂ ਹੈਗਾ। ਹੰਕਾਰ ਦਾ ਸਰੂਪ ਹੈ ਨਹੀਂ, ਸ਼ਰਾਬ ਜਿਹੜਾ ਹੰਕਾਰ ਦਾ ਫਾਰਮ ਹੈ ਨਹੀਂ, ਪਰ ਕਹਿੰਦੇ ਇਹ ਦ੍ਰਿੜ ਹੋ ਗਿਆ ਕਿਉਂਕਿ ਸੁਣ ਕੇ ਬੰਦੇ ਨੂੰ ਸੁਣ ਕੇ ਦ੍ਰਿੜ ਹੋ ਗਿਆ। ਅਣਹੋਂਦੀ ਚੀਜ਼ ਬਣ ਗਈ ਇੱਕ ਐਗਜ਼ਿਸਟੈਂਸ, ਆਪਾਂ ਉਹਨੂੰ ਦੇ ਦਿੱਤਾ। ਜਿਹੜੀ ਚੀਜ਼ ਨਹੀਂ ਹੈਗੀ ਆਪਾਂ ਉਹਨੂੰ ਬਣਾ ਲਿਆ। ਅਭਿਮਾਨ ਇਹ ਚੀਜ਼ ਹੈ। ਤੇ ਇਹ ਵੀ ਆਤਮ ਗਿਆਨ ਦਾ ਅਭਿਆਸ ਨਿਤ ਸ਼ਰਵਣ ਦੁਆਰਾ ਦ੍ਰਿੜ ਹੋਵੇਗਾ। ਤੇ ਕਹਿੰਦੇ ਇਸ ਕਰਕੇ ਜਿਹੜਾ ਅਭਿਮਾਨ ਕੰਨਾਂ ਦੇ ਨਾਲ ਸੁਣ ਕੇ ਪੱਕਾ ਹੋਇਆ, ਕਹਿੰਦੇ ਇਸੇ ਤਰ੍ਹਾਂ ਇਨ ਦ ਸੇਮ ਵੇ ਜਿਹੜਾ ਸ਼ਬਦ ਦਾ ਅਭਿਆਸ ਹੈ ਉਹ ਵੀ ਕੰਨਾਂ ਨਾਲ ਸੁਣ ਕੇ ਪੱਕਾ ਹੋਣਾ। ਇਨ ਦ ਸੇਮ ਵੇ ਜਿੰਨਾ ਆਪਾਂ ਇਹਨੂੰ ਸੁਣਾਂਗੇ, ਜਿੰਨਾ ਆਪਾਂ ਇਹਨਾਂ ਤੇ ਵਿਸ਼ਵਾਸ ਕਰਾਂਗੇ, ਇਹਨੇ ਪੱਕਾ ਹੋਣਾ ਹੈ। ਸੋ ਕਹਿੰਦੇ ਇਸ ਕਰਕੇ ਇਹ ਜਿਹੜਾ ਅਭਿਆਸ ਹੈ, ਇਹ ਅਭਿਆਸ ਤਾਂ ਗੁਰੂ ਰੂਪ ਹੈ, ਇਹ ਅਭਿਆਸ ਤਾਂ ਪਰਮਾਤਮਾ ਦੀ ਸ਼ਕਤੀ ਹੈ। ਕਹਿਣ ਲੱਗੇ ਹੁਣ ਉਹ ਅਭਿਮਾਨ ਜਿਹੜਾ ਹੈ ਸਪੋਜ਼ ਟੂ ਬੀ, ਉਹ ਕਮਜ਼ੋਰ ਹੋਣਾ ਚਾਹੀਦਾ ਹੈ ਕਿਉਂਕਿ ਉਹਦਾ ਐਗਜ਼ਿਸਟੈਂਸ ਹੈ ਨਹੀਂ, ਪਰ ਨਾਮ ਦਾ ਤਾਂ ਐਗਜ਼ਿਸਟੈਂਸ ਹੈਗਾ ਨਾ। ਪਰਮਾਤਮਾ ਤਾਂ ਇੱਕ ਪੱਕੀ ਚੀਜ਼ ਹੈ। ਸੋ ਇਸ ਕਰਕੇ ਕੰਨਾਂ ਨਾਲ ਸੁਣਨ ਕਰਕੇ ਇਹ ਵੀ ਪੱਕਾ ਹੋਵੇਗਾ। ਤੇ ਇਹੋ ਸਾਡਾ ਅਭਿਆਸ ਦ੍ਰਿੜ ਹੋਇਆ, ਉਹ ਅਭਿਆਸ ਵੇ ਸਿਮਰਨ ਹੋ ਜਾਵੇਗਾ। ਹਾਂ, ਉਹੀ ਅਭਿਆਸ ਪੱਕਾ ਹੋ ਕੇ ਉਹੀ ਸਿਮਰਨ ਬਣ ਜਾਣਾ। ਹੌਲੀ ਹੌਲੀ ਉਹੀ ਅਭਿਆਸ ਜਿਹੜਾ ਹੈ ਸਿਮਰਨ ਵਿੱਚ ਬਦਲੇਗਾ, ਮੁੜ ਕੇ ਪਰਮੇਸ਼ਰ ਦਾ ਨਾਮ ਜਪਣ ਕਰਕੇ। ਜੈਸੇ ਨਦੀ ਦਾ ਪ੍ਰਵਾਹ ਜੇ ਹੋਰ ਧਿਰ ਪਾਈਦਾ ਹੈ। ਹਾਂ, ਦੇਖੋ ਕਹਿੰਦੇ ਜਿਵੇਂ ਇੱਕ ਨਦੀ ਦਾ ਪ੍ਰਵਾਹ ਹੈ, ਨਦੀ ਇੱਕ ਜਾਂਦੀ ਹੈ ਇੱਕ ਪਾਸੇ। ਸੋ ਕਹਿੰਦੇ ਜੈਸੇ ਨਦੀ ਦਾ ਪ੍ਰਵਾਹ ਜੇ ਹੋਰ ਧਿਰ ਜਾਏਂਦਾ, ਉਹ ਨਦੀ ਜੇ ਕਿਤੇ ਇੱਕ ਜਿਹੜਾ ਡਾਈਵਰਟ ਹੋ ਜਾਵੇ, ਹੋਰ ਪਾਸੇ ਨੂੰ ਜਾਣ ਲੱਗ ਜਾਵੇ, ਤੁਸੀਂ ਚਾਹੁੰਦੇ ਆ ਉਹ ਨਦੀ ਤੁਹਾਡੇ ਖੇਤਾਂ ਵਿੱਚ ਆਵੇ, ਤੇ ਉਹ ਨਦੀ ਜਿਹੜੀ ਹੈ ਕਿਉਂਕਿ ਰੁੱਖ ਬਦਲ ਲੈਂਦੀ ਹੈ ਨਾ, ਨਦੀ ਸਮਾਂ ਪਾ ਕੇ ਉਹ ਟਰਨ ਕਰ ਲਵੇ, ਹੋਰ ਪਾਸੇ ਚੱਲ ਜਾਵੇ, ਬੰਦਾ ਕੀ ਕਰਦਾ ਹੈ ਉਹਦੀਆਂ ਵੱਟਾਂ ਬਣਾ ਦਿੰਦਾ। ਉੱਥੇ ਜਿਹੜਾ ਹਨ ਉਹਨਾਂ ਦੇ ਜਿਹੜਾ ਆਪਾਂ ਕੀ ਕਹਿੰਦੇ ਨੇ ਅੰਗਰੇਜ਼ੀ 'ਚ, ਉਹ ਜਿਹੜਾ ਪਾਣੀ ਨੂੰ ਬੰਦ ਕਰਦੇ ਹਨ, ਤੇ ਜਿਹੜਾ ਹੈ ਡੈਮ ਜਿਵੇਂ ਡੈਮ ਹੁੰਦੇ ਨੇ, ਜੋ ਆਪਾਂ ਪਾਣੀ ਨੂੰ ਬੰਦ ਕਰਦੇ ਹਾਂ, ਖੋਲਦੇ ਹਾਂ, ਕੀ ਹੁੰਦਾ ਪਾਣੀ ਨੂੰ ਡਾਈਵਰਟ ਕੀਤਾ ਜਾਂਦਾ ਹੈ, ਪਾਣੀ ਨੂੰ ਰੋਕ ਕੇ ਦੂਜੇ ਪਾਸੇ ਨੂੰ ਬਣਾਇਆ ਜਾਂਦਾ ਹੈ। ਸੋ ਕੀ ਹੁੰਦਾ ਹੈ, ਉਹ ਨਦੀ ਦੀਆਂ ਜਿਹੜੀਆਂ ਕੰਧਾਂ ਹੁੰਦੀਆਂ ਨੇ ਜਾਂ ਨਦੀ ਦੇ ਉੱਤੇ ਮਿੱਟੀ ਪਾ ਕੇ ਉਸ ਨੂੰ ਮੁੜ ਕੇ ਡਾਈਵਰਟ ਕੀਤਾ ਜਾਂਦਾ ਹੈ ਜਿਹੜੇ ਪਾਸੇ ਆਪਾਂ ਚਾਹੁੰਦੇ ਨਦੀ ਜਾਵੇ। ਸੋ ਉਵੇਂ ਜਿਵੇਂ ਕਰੀਦਾ ਹੈ। ਤਾਂ ਪ੍ਰਥਮੇ ਗਿਆਨ ਰੂਪੀ ਬੰਨ ਦ੍ਰਿੜ ਕੀਤਾ ਤੇ ਮਨ ਜੋ ਨਿਵਾਨ ਕੀਤਾ ਚਾਹੀਦਾ ਹੈ। ਹਾਂ, ਦੇਖੋ ਪ੍ਰਥਮੇ ਗਿਆਨ ਰੂਪੀ ਬੰਨ ਲਾ ਦੋ। ਜਿਵੇਂ ਕੰਧ ਨਹੀਂ ਕੀਤੀ ਉਹ ਨਦੀ ਨੂੰ ਡਾਈਵਰਟ ਕਰ, ਉਹ ਗਿਆਨ ਹੈ। ਗਿਆਨ ਦੀ ਕੰਧ ਬਣਾ ਦਿਓ ਤੇ ਫਿਰ ਉਹਨੂੰ ਦ੍ਰਿੜ ਕਰਕੇ ਮਨ ਨੂੰ ਨਿਵਾਨ। ਹੁਣ ਨਦੀ ਕਿਉਂ ਇੱਕ ਪਾਸੇ ਨੂੰ ਜਾਗੀ? ਜੋ ਥਾਂ ਨੀਵਾਂ ਹੋਵੇਗਾ, ਤੇ ਫਿਰ ਮਨ ਨੂੰ ਨੀਵਾਂ ਕਰ ਲਓ। ਫਿਰ ਉਹ ਨਦੀ ਜਿਹੜੀ ਹੈ ਭਗਤੀ ਰੂਪ ਜਿਹੜੀ ਹੈ ਅਭਿਆਸ, ਫਿਰ ਆਪਣੇ ਆਪ ਉਹ ਨੀਵੇਂ ਥਾਂ ਤੇ ਜਾਏਗਾ। ਤਾਂ ਪ੍ਰਵਾਹ ਪਿਆ ਹੋਇਆ ਫਿਰ ਯਤਨ ਕੋਈ ਨਹੀਂ ਰਹਿੰਦਾ। ਦੇਖੋ ਫਿਰ ਜਦੋਂ ਇੱਕ ਵਾਰੀ ਉਹ ਨਦੀ ਦਾ ਪ੍ਰਵਾਹ ਤੁਸੀਂ ਡਾਈਵਰਟ ਕਰਤਾ, ਨੀਵਾਂ ਥਾਂ ਕਰਤਾ, ਉਹ ਨਦੀ ਨੇ ਆਪਣੇ ਆਪ ਵਗੀ ਜਾਣਾ, ਫਿਰ ਤੁਹਾਨੂੰ ਕੁਝ ਨਹੀਂ ਕਰਨੇ ਦੀ ਲੋੜ। ਇੱਕ ਵਾਰੀ ਤੁਸੀਂ ਉਹਨੂੰ ਦ੍ਰਿੜ ਕਰਕੇ ਉਹਦੀ ਕੰਧ ਬਣਾਉਣੀ ਹੈ, ਜਿਹੜੀ ਹੈ ਕੰਧ ਕੀ ਗਿਆਨ ਰੂਪੀ ਕੰਧ ਬਣਾਉਣੀ ਹੈ, ਤੇ ਦੂਸਰਾ ਆਪਣਾ ਮਨ ਨੂੰ ਨੀਵਾਂ ਕਰਕੇ ਹੰਬਲਨੈਸ
ਕਰਕੇ ਫਿਰ ਬਾਕੀ ਤਾਂ ਕੰਮ ਆਪਣੇ ਆਪ ਇਹ ਹੋਈ ਜਾਣੇ ਹਨ। ਤਾਂ ਉਹਨਾਂ ਦਾ ਅਭਿਆਸ ਦੁਆਰੇ ਕਲਿਆਣ ਹੋਇਆ। ਤੇ ਉਹਨਾਂ ਦਾ ਛੇਵੇਂ ਜਾਂ ਸਿੱਖ ਜਿਹੜੇ 5 ਸਿੱਖ ਸਨ, ਜਿਹੜੇ ਜਗਿਆਸੂ ਸਨ, ਉਹਨਾਂ ਦਾ ਕਲਿਆਣ ਹੋਇਆ ਜੀ। ਤੇ ਮੁਰਾਰੀ ਨੂੰ ਗਿਆਨ ਦ੍ਰਿੜ ਹੋਇਆ। ਤੇ ਮੁਰਾਰੀ ਜਿਹੜਾ ਸੀ ਪਹਿਲਾਂ ਹੀ ਮਹਾਪੁਰਸ਼ ਸੀਗਾ, ਆਤਮ ਗਿਆਨੀ ਸੀ, ਉਹਨੂੰ ਜਿਹੜਾ ਗਿਆਨ ਦ੍ਰਿੜ ਹੋ ਗਿਆ ਜੀ, ਪੱਕਾ ਹੋ ਗਿਆ। ਹੋਰਨਾਂ ਨੂੰ ਉਪਾਸਨਾ ਦ੍ਰਿੜ ਹੋਈ। ਹੋਰਾਂ ਨੂੰ ਉਪਾਸਨਾ ਦ੍ਰਿੜ ਹੋਈ ਤੇ ਇਹਨਾਂ ਨੂੰ ਜਿਹੜਾ ਗਿਆਨ ਹੋ ਗਿਆ। ਮੁਕਤੀ ਸਾਰਿਆਂ ਦੀ ਕਰਤੀ ਮਹਾਰਾਜ ਨੇ। ਸੋ ਇਸ ਤਰ੍ਹਾਂ ਕਰਕੇ ਇਹਨਾਂ ਦੀ ਮੁਕਤੀ ਕੀਤੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕਰਕੇ। ਸੋ ਇੱਥੇ ਦੇਖੋ ਮਹਾਰਾਜ ਨੇ ਕਿੰਨਾ ਸੋਹਣਾ ਐਗਜ਼ਾਮਪਲ ਦਿੱਤਾ ਹੈ। ਜੋ ਵੀ ਆਪਾਂ ਕਹਿੰਦੇ ਹਾਂ ਨਾ, ਕਈ ਵਾਰੀ ਆਪਾਂ ਕਹਿੰਦੇ ਮੈਂ ਨਾਮ ਜਪਦਾ, ਮੇਰਾ ਮਨ ਨਹੀਂ ਜੁੜਦਾ। ਹੁਣ ਮਨ ਜੁੜੇ ਕਿਵੇਂ? ਉਹ ਮਨ ਨੇ ਜਿਹੜਾ ਸਿਮਰਨ ਦਾ ਕੰਮ 2 ਦਿਨ ਹੋਇਆ ਸ਼ੁਰੂ ਕੀਤਾ, ਜਿਹੜੇ ਬਾਕੀ ਦੇ ਕੰਮ ਤਾਂ 20 ਸਾਲ ਹੋ ਗਏ ਇਹ ਜਨਮ ਦੇ। ਹੁਣ ਇਹ ਤੋਂ ਪਹਿਲਾਂ ਦੇ ਜਨਮ ਦੇ ਜਿਹੜੀਆਂ ਆਦਤਾਂ ਪਈਆਂ ਹੋਈਆਂ ਹਨ, ਉਹ ਵੀ ਕਿਹੜੇ ਹਟਦੀਆਂ ਨੇ। ਸੋ ਇਸ ਕਰਕੇ ਜਿਹੜਾ ਥੋੜਾ ਟਾਈਮ ਲੱਗਦਾ ਹੈ। ਮਹਾਰਾਜ ਇਸ ਕਰਕੇ ਕਹਿੰਦੇ ਵੀ ਸਭ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਤੋਂ ਗੁਰੂ ਤੇ ਸ਼ਰਧਾ ਵਿਸ਼ਵਾਸ ਚਾਹੀਦਾ ਹੈ। ਸਭ ਤੋਂ ਪਹਿਲੀ ਗੱਲ ਇੱਥੇ ਹੀ ਹੈ। ਜਦੋਂ ਮਹਾਰਾਜ ਤੇ ਵਿਸ਼ਵਾਸ ਸ਼ਰਧਾ ਹੋ ਜਾਂਦੀ ਹੈ, ਮਹਾਰਾਜ ਦੇ ਬਚਨਾਂ ਤੇ ਆਪਣਾ ਜਿਹੜਾ ਨਿਸ਼ਚਾ ਹੋ ਜਾਂਦਾ ਹੈ, ਤਾਂ ਫਿਰ ਗੁਰੂ ਦੇ ਬਚਨ ਜਿਹੜੇ ਹਨ ਆਪਾਂ ਨੂੰ ਜਦੋਂ ਉਹ ਦ੍ਰਿੜ ਹੋ ਜਾਂਦੇ ਨੇ, ਉਹ ਬਚਨਾਂ ਦੇ ਨਾਲ ਹੀ ਆਪਣਾ ਫਿਰ ਜੀਵਨ ਬਦਲਦਾ ਹੈ। ਬਿਕੋਜ਼ ਯੂ ਹੈਵ ਟੂ ਬੀ ਵੈਰੀ ਸਟਰੋਂਗ ਇਨ ਦਿਸ, ਕਿਉਂਕਿ ਸਟਰੋਂਗ ਹੋਣਾ ਪੈਣਾ ਹੈ। ਕਿਉਂਕਿ ਇਹ ਆਦਤਾਂ ਪੁਰਾਣੀਆਂ ਨੂੰ ਖਤਮ ਕਰਕੇ ਤੁਸੀਂ ਇਹ ਸਰੀਰ ਵਿੱਚੋਂ ਤੁਸੀਂ ਅੱਜ ਮੁਕਤੀ ਪਾਉਣੀ ਹੈ। ਇਸ ਕਰਕੇ ਗੁਰੂ ਦੀ ਕਿਰਪਾ ਦੀ ਬਹੁਤ ਹੀ ਲੋੜ ਹੈ। ਗੁਰਪ੍ਰਸਾਦ, ਇਸ ਕਰਕੇ ਗੁਰੂ ਦੀ ਕਿਰਪਾ ਦੀ ਲੋੜ ਹੈ। ਇਸ ਕਰਕੇ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹਨ ਇਸ ਐਸੈਂਸ਼ੀਅਲ ਫॉर ਆਵਰ ਲਾਈਫ। ਮਹਾਰਾਜ ਆਪ ਜੇ ਹਾਜ਼ਰ ਹੋਣਗੇ, ਆਪਣੀ ਬਾਣੀ ਦਾ ਪ੍ਰਤਾਪ ਵਰਸਾਉਣਗੇ, ਤਾਂ ਆਪਣਾ ਭਲਾ ਹੋਣਾ ਹੈ, ਨਹੀਂ ਤਾਂ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਤੇ ਮਹਾਰਾਜ ਤੇ ਵਿਸ਼ਵਾਸ ਰੱਖੋ। ਉਹਨਾਂ ਦੀ ਬਾਣੀ ਦਾ ਹੀ ਜਿਹੜਾ ਹੈ ਐਡਵਾਈਸ ਲੈ ਕੇ ਆਪਣੇ ਜੀਵਨ ਨੂੰ ਜਿਹੜਾ ਹੈ ਚੰਗੇ ਰਸਤੇ ਤੇ ਪਾਓ। ਅਨੰਦ ਮੁਰਾਰੀ ਮਹਾਪੁਰਖ ਕਲਿਆਣਾ ਕੁਲ ਕਵਲ ਰਸਾਲਾ। ਨਾਨੋ ਲਟਕਣ ਬਿੰਦ ਰਾਓ ਸੇਵਾ ਸੰਗਤ ਪੂਰਨ ਘਾਲਾ। ਹਾਂਡਾ ਆਲਮ ਚੰਦ ਹੈ ਸਹਿ ਸਾਰਾ ਤਲਵਾੜ ਸੁਖਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ